ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪਾਂ ਲੜੀਵਾਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ ਜੀ ਦੀ ਵਿਆਖਿਆ ਕਰ ਰਹੇ ਹਾਂ। ਜਪਜੀ ਸਾਹਿਬ ਜੀ ਦੀ ਵਿਆਖਿਆ ਚੱਲ ਰਹੀ ਹੈ। ਸਭ ਤੋਂ ਪਹਿਲਾਂ ਤਾਂ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਫਿਰ ਤੋਂ ਹਾਜ਼ਰੀਆਂ ਭਰਨ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਆਸਟ੍ਰੇਲੀਅਨ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਇੱਕੋ ਹੀ ਸਮੇਂ ਦੇ ਵਿੱਚ 10 ਪ੍ਰਾਣੀਆਂ ਦੇ ਹਾਜ਼ਰੀ ਭਰਨ ਦੀ ਇਜਾਜ਼ਤ ਮਿਲੀ ਹੈ ਜੀ। ਅਤੇ ਆਸਟ੍ਰੇਲੀਆ ਸਰਕਾਰ ਵੱਲੋਂ ਕੋਵਿਡ ਸੇਫ ਯੋਜਨਾ ਦੇ ਤਹਿਤ ਜਿਹੜੇ ਨਿਰਦੇਸ਼ਨ ਦਿੱਤੇ ਗਏ ਹਨ, ਉਹਨਾਂ ਦਾ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ। ਅਤੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਹੜੇ ਵੀ ਸੇਵਾਦਾਰ ਆਪ ਸਾਰੀਆਂ ਸੰਗਤਾਂ ਨੂੰ ਜੋ ਵੀ ਹਿਦਾਇਤਾਂ ਦੱਸਦੇ ਹਨ, ਬੇਨਤੀ ਕਰਦੇ ਹਨ, ਆਪ ਸਾਰੀਆਂ ਸੰਗਤਾਂ ਹਮੇਸ਼ਾ ਸਹਿਯੋਗ ਦਿੰਦੇ ਰਹੇ ਹੋ ਅਤੇ ਆਪ ਸਾਰੀਆਂ ਸੰਗਤਾਂ ਤੋਂ ਸਹਿਯੋਗ ਦੀ ਆਸ ਰੱਖਦੇ ਹੋਏ ਆਪ ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਾਂ। ਅਤੇ ਆਪ ਸਾਰੀਆਂ ਸੰਗਤਾਂ ਨੇ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਜੀ। ਅਤੇ ਗੁਰਦੁਆਰਾ ਸਾਹਿਬ ਵਿਖੇ ਕੋਵਿਡ ਸੇਫ ਯੋਜਨਾ ਦੇ ਤਹਿਤ ਜਿਹੜੇ ਨਿਰਦੇਸ਼ਨ ਸੇਵਾਦਾਰ ਵੱਲੋਂ ਹਦਾਇਤਾਂ ਦਿੱਤੀਆਂ ਜਾਣਗੀਆਂ, ਆਪ ਜੀ ਕਿਰਪਾ ਕਰਕੇ ਉਹਨਾਂ ਨੂੰ ਜ਼ਰੂਰ ਮੰਨਣ ਦੀ ਕਿਰਪਾਲਤਾ ਕਰਨੀ, ਤਾਂ ਕਿ ਅਸੀਂ ਸਾਰੇ ਗੁਰਦੁਆਰਾ ਸਾਹਿਬ ਵਿਖੇ ਸੰਗਤੀ ਰੂਪ ਵਿੱਚ ਬੈਠ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾ ਸਕੀਏ ਜੀ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਤਨਾ ਵੀ ਸ਼ੁਕਰ ਕਰੀਏ ਘੱਟ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਪਿਛਲੇ ਦੀਵਾਨਾਂ ਵਿੱਚ ਪਹਿਲੀ ਪੌੜੀ ਦੀ ਵਿਚਾਰ ਕੀਤੀ ਸੀ, ਜਿਸ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਮਨੁੱਖ ਨੇ ਸਚਿਆਰ ਕਿਵੇਂ ਬਣਨਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਸਚਿਆਰ ਬਣਨ ਦੇ ਮਨੁੱਖ ਨੇ ਕਿਹੜੇ ਕਿਹੜੇ ਉਪਰਾਲੇ ਕੀਤੇ ਹੋਏ ਸਨ। ਤੇ ਸੋਚਦਾ ਸੀ ਮਨੁੱਖ ਕਿ ਮੈਂ ਤੀਰਥਾਂ ਤੇ ਇਸ਼ਨਾਨ ਕਰਕੇ ਮੇਰੇ ਮਨ ਦੀ ਪਵਿੱਤਰਤਾ ਹੋ ਜਾਏਗੀ, ਜਾਂ ਮੌਨ ਧਾਰਨ ਕਰਨ ਦੇ ਨਾਲ ਮਨ ਦੀ ਪਵਿੱਤਰਤਾ ਮਿਲ ਜਾਏਗੀ, ਜਾਂ ਭੁੱਖੇ ਰਹਿ ਕੇ ਭਾਵ ਕੇ ਕਿਸੇ ਵਰਤ ਨੂੰ ਰੱਖ ਕੇ, ਜਾਂ ਆਪਣੇ ਸਰੀਰ ਨੂੰ, ਜਿਹੜੀ ਸਾਡੇ ਸਰੀਰ ਨੂੰ ਤ੍ਰਿਸ਼ਨਾ ਵਾਲੀ ਜਿਹੜੀ ਭੁੱਖ ਲੱਗੀ ਹੋਈ ਹੈ, ਉਸ ਦੇ ਅਧੀਨ ਰਹਿ ਕੇ ਤੇ ਸਾਰੇ ਹੀ ਭਾਵਨਾ ਦੇ ਪਦਾਰਥ ਇਕੱਠੇ ਕਰਕੇ ਜਾਂ ਸਿਆਣਪ ਦੇ ਨਾਲ ਕਿਤੇ ਮੈਂ ਸਚਿਆਰ ਹੋ ਜਾਵਾਂਗਾ। ਪਰ ਸਤਿਗੁਰੂ ਜੀ ਆਖਦੇ ਹਨ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਪ੍ਰਭੂ ਨਾਲੋਂ ਜੀਵ ਦੀ ਵਿਥ ਮਿਟਾਉਣ ਦਾ ਕੇਵਲ ਤਾਂ ਕੇਵਲ ਇੱਕੋ ਹੀ ਸਾਧਨ ਹੈ, ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ ਕਿ ਪਰਮਾਤਮਾ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਰਵੇ, ਜਿਹੜਾ ਉਸ ਦੇ ਹਮੇਸ਼ਾ ਨਾਲ ਹੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਅੱਜ ਆਪਾਂ ਅਗਲੀ ਪਾਵਨ ਪੌੜੀ ਦੀ ਵਿਚਾਰ ਪ੍ਰਾਰੰਭ ਕਰਨੀ ਹੈ। ਸਤਿਗੁਰੂ ਜੀ ਆਖਦੇ ਹਨ, ਸਭ ਤੋਂ ਪਹਿਲਾਂ ਤਾਂ ਇਸ ਬਾਣੀ ਦਾ ਆਪਾਂ ਪਾਠ ਸਰਵਣ ਕਰੀਏ। ਹੁਕਮੀ ਹੋਵਨ ਆਕਾਰ। ਕਈ ਵਾਰੀ ਆਪਾਂ ਜਦੋਂ ਬਾਣੀ ਨੂੰ ਤੇਜ਼ੀ ਨਾਲ ਪੜ੍ਹਦੇ ਹਾਂ ਜਾਂ ਮਨ ਨਾਲ ਨਹੀਂ ਪੜ੍ਹਦੇ ਹਾਂ
ਤੇ ਜਿਹੜੀਆਂ ਗੁਰੂ ਸਾਹਿਬ ਜੀ ਨੇ ਲਗਾ ਮਾਤਰਾ ਲਾ ਕੇ ਸਾਨੂੰ ਦਿੱਤੀਆਂ ਹਨ ਤੇ ਉਹਨਾਂ ਦਾ ਅਸੀਂ ਉਚਾਰਨ ਭੁੱਲ ਜਾਂਦੇ ਹਾਂ ਜਾਣੇ ਅਣਜਾਣੇ ਦੇ ਵਿੱਚ। ਕਈ ਵਾਰੀ ਆਪਾਂ ਆਖਦੇ ਹਨ ਹੁਕਮੀ ਹੋਵਨ ਆਕਾਰ, ਆਕਾਰ ਨਹੀਂ, ਹੁਕਮੀ ਹੋਵਨ ਆਕਾਰ। ਐੜੇ ਨੂੰ ਕਰਨਾ ਹੈ, ਕੱਕੇ ਨੂੰ ਕਰਨਾ ਹੈ ਤੇ ਰਾਰਾ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਸਾਧ ਸੰਗਤ ਧਿਆਨ ਦੇਣਾ, ਜਿੱਥੇ ਹੁਕਮ ਨੰਨਾ ਅੱਖਰ ਆਉਂਦਾ ਹੈ ਨਾ, ਜੇਕਰ ਉਸ ਨੂੰ ਕੰਨਾ ਲੱਗਿਆ ਹੋਇਆ ਹੈ ਤੇ ਆਪਾਂ ਬੋਲਣਾ ਹੈ ਹੁਕਮ ਨਾ, ਪਰ ਇੱਥੇ ਨੰਨੇ ਨੂੰ ਕੰਨਾ ਨਹੀਂ ਹੈ, ਕੇਵਲ ਇੱਕ ਨੰਨਾ ਅੱਖਰ ਹੈ, ਨੈ ਅੱਖਰ ਹੈ, ਤੇ ਆਪਾਂ ਕਿਵੇਂ ਬੋਲਾਂਗੇ? ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਹੋਂ ਮੈਂ ਕਹਿ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਹੋਂ ਮੈਂ ਕਹਿ ਨਾ ਕੋਏ। ਹੁਕਮੀ ਹੋਵਨ ਆਕਾਰ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਹੁਕਮ ਦੀ ਜਿਹੜੀ ਵਿਆਖਿਆ ਹੈ ਨਾ, ਉਹ ਕਿਸੇ ਨੂੰ ਆਦੇਸ਼ ਦੇਣਾ ਜਾਂ ਆਰਡਰ ਦੇਣਾ ਵਾਲੀ ਵਿਆਖਿਆ ਨਹੀਂ ਹੈ। ਕਈ ਵਾਰੀ ਆਪਾਂ ਦੇਖਦੇ ਹਾਂ, ਜੇਕਰ ਸਾਡੀ ਕੋਈ ਉੱਚੀ ਪੋਸਟ ਹੋਵੇ, ਉੱਚੇ ਅਹੁਦੇ 'ਤੇ ਅਸੀਂ ਹੋਈਏ, ਤੇ ਅਸੀਂ ਆਪਣੇ ਕਾਰੋਬਾਰ ਨੂੰ ਚਲਾਉਣ ਵਾਸਤੇ ਇੱਕ ਮੀਟਿੰਗ ਰੱਖਦੇ ਹਾਂ, ਤੇ ਮੀਟਿੰਗ ਵਿੱਚ ਜਿਹੜੇ ਸਾਡੇ ਮੁਲਾਜ਼ਮ ਹਨ, ਅਸੀਂ ਉਹਨਾਂ ਨੂੰ ਕੁਝ ਬੇਨਤੀ ਕਰਦੇ ਹਾਂ, ਕੁਝ ਹੁਕਮ ਕਰਦੇ ਹਾਂ ਕਿ ਤੁਸੀਂ ਇਸ ਕੰਮ ਨੂੰ ਅੱਗੇ ਵਧਾਉਣ ਵਾਸਤੇ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਹੈ। ਜੇਕਰ ਤੁਸੀਂ ਇਹ ਰੂਲ ਅਪਣਾਓਗੇ ਤੇ ਇਹ ਮੇਰੇ ਵੱਲੋਂ ਤੁਹਾਨੂੰ ਹੁਕਮ ਹੈ। ਤੇ ਜਿਹੜਾ ਮਾਲਕ ਹੈ ਉਹ ਹੁਕਮ ਦੇ ਕੇ ਤੇ ਪਾਸੇ ਚਲਾ ਜਾਂਦਾ ਹੈ, ਉਹ ਧਿਆਨ ਨਹੀਂ ਦਿੰਦਾ ਫਿਰ। ਪਰ ਸਾਧ ਸੰਗਤ ਧਿਆਨ ਦੇਣਾ, ਇਹ ਸਾਰਾ ਜਿਹੜਾ ਦ੍ਰਿਸ਼ਟਮਾਨ ਪਸਾਰਾ ਹੈ ਉਸ ਇੱਕ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿੱਚ ਹੈ, ਤੇ ਉਹ ਹੁਕਮੀ ਇਸ ਦੇ ਵਿੱਚ ਬੈਠਿਆ ਹੋਇਆ ਹੈ। ਹੁਕਮ ਕਰਨ ਵਾਲਾ ਉਹ ਕਿਤੇ ਬਾਹਰ ਨਹੀਂ ਹੈ। ਕਈ ਵਾਰੀ ਆਪਾਂ ਸੰਸਾਰਿਕ ਤੌਰ ਤੇ ਦੇਖਦੇ ਹਾਂ, ਜੇਕਰ ਅਸੀਂ ਕਿਤੇ ਕੰਮ ਕਰਨ ਜਾਈਏ ਤੇ ਹਰ ਵੇਲੇ ਅਸੀਂ ਸਾਰੇ ਬੰਦਿਆਂ ਤੇ ਨਜ਼ਰ ਨਹੀਂ ਰੱਖ ਸਕਦੇ ਹਾਂ, ਸਭ ਤੇ ਨਹੀਂ। ਪਰ ਉਹ ਪਰਮਾਤਮਾ ਕਿੰਨਾ ਵੱਡਾ ਹੈ ਕਿ ਇੰਨੇ ਵੱਡੇ ਪਸਾਰੇ ਨੂੰ ਪੈਦਾ ਕਰਕੇ ਉਸ ਦੇ ਹੁਕਮ ਵਿੱਚ ਇਹ ਸਾਰੇ ਜਿਹੜੇ ਆਕਾਰ ਬਣੇ ਹੋਏ ਹਨ। ਸਾਧ ਸੰਗਤ ਧਿਆਨ ਦੇਣਾ, ਜੇਕਰ ਅਸੀਂ ਕੋਈ ਇੱਕ ਛੋਟੀ ਜਿਹੀ ਚੀਜ਼ ਬਣਾਈਏ, ਮਨੁੱਖ ਕੋਸ਼ਿਸ਼ ਕਰੇ ਕਿ ਇੱਕ ਵਸਤੂ ਬਣਾਵੇ ਤੇ ਉਸ ਵਸਤੂ ਵਰਗੀਆਂ ਉਹ 1 2 3 10 15 20 ਹਜ਼ਾਰ ਬਣਾ ਸਕਦਾ ਹੈ, ਪਰ ਉਸ ਤੋਂ ਬਾਅਦ ਉਸ ਦਾ ਜਿਹੜਾ ਸ਼ੇਪ ਹੈ, ਉਸ ਦਾ ਜਿਹੜਾ ਆਕਾਰ ਹੈ, ਉਹ ਸੇਮ ਬੰਦਾ ਨਹੀਂ ਬਣਾ ਸਕਦਾ। ਪਰ ਕਦੇ ਅਸੀਂ ਧਿਆਨ ਦਿੱਤਾ ਹੈ ਕਿ ਉਸ ਪਰਮਾਤਮਾ ਨੇ ਮਨੁੱਖਾਂ ਨੂੰ ਵੀ ਪੈਦਾ ਕੀਤੇ ਹੈ ਤੇ ਇੱਕ ਦੂਜੇ ਦੇ ਨਾਲ ਸ਼ਕਲ ਨਹੀਂ ਮਿਲਦੀ। ਇੱਕ ਦੂਜੇ ਦੇ ਨਾਲ ਕਿਤਨੀ ਵੱਡੀ ਘਾੜਤ ਹੈ ਉਸ ਪਰਮਾਤਮਾ ਦੀ। ਇਹ ਕਿਸ ਦੇ ਹੁਕਮ ਵਿੱਚ ਹੈ? ਉਹ ਸਾਡੇ ਵਿੱਚ ਹੁਕਮ ਸਾਨੂੰ ਆਕਾਰ ਨੂੰ ਬਣਾ ਕੇ ਦ੍ਰਿਸ਼ਟਮਾਨ ਜਿਹੜਾ ਆਪਾਂ ਸਾਰੇ ਦੇਖਦੇ ਹਾਂ, ਰੁੱਖ ਨੇ, ਜਿਹੜੇ ਨਦੀਆਂ ਨੇ, ਪਹਾੜ ਨੇ, ਇਹ ਧਰਤੀ ਬਣਾਈ ਹੋਈ ਹੈ, ਸੂਰਜ, ਚੰਦ, ਆਕਾਸ਼, ਤਾਰੇ, ਕਿੱਡਾ ਕੁਝ ਬਣਾਇਆ ਹੈ ਉਸ ਅਕਾਲ ਪੁਰਖ ਪਰਮਾਤਮਾ ਨੇ। ਪਰ ਉਹ ਅਕਾਲ ਪੁਰਖ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ, ਸਾਰੇ ਆਕਾਰ ਨੂੰ ਪੈਦਾ ਕਰਕੇ ਆਪ ਉਸ ਨੂੰ ਦੇਖ ਰਿਹਾ ਹੈ, ਉਸ ਦੇ ਵਿੱਚ ਬੈਠਿਆ ਹੋਇਆ ਹੈ। ਸਤਿਗੁਰੂ ਜੀ ਆਖਦੇ ਹਨ, ਹੁਕਮੀ ਹੋਵਨ ਆਕਾਰ। ਹੁਕਮ ਕੀ ਹੈ ਕਿ ਉਸ ਪਰਮਾਤਮਾ ਦਾ ਜਿਹੜਾ ਹੁਕਮ ਵਰਤ ਰਿਹਾ ਹੈ ਲਗਾਤਾਰ, ਉਹ ਹੁਕਮ ਕਰਕੇ ਕਿਤੇ ਪਾਸੇ ਨਹੀਂ ਚਲਾ ਗਿਆ, ਜਾ ਕੇ ਨਹੀਂ ਬੈਠ ਗਿਆ,
ਸਾਡੇ ਸਰੀਰ ਨੂੰ ਪੈਦਾ ਕੀਤਾ ਹੈ। ਆਪਾਂ ਰਾਤ ਨੂੰ ਸੋ ਜਾਂਦੇ ਹਾਂ, ਪਰ ਉਸ ਦਾ ਹੁਕਮ ਵਰਤ ਰਿਹਾ ਹੈ। ਕਿਵੇਂ ਵਰਤ ਰਿਹਾ ਹੈ? ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਕਿ ਉਸ ਪਰਮਾਤਮਾ ਨੇ ਇਸ ਸਰੀਰ ਨੂੰ, ਇਸ ਆਕਾਰ ਨੂੰ ਬਣਾਇਆ। ਜੀਉ ਪਾਏ, ਜੀਉ ਪਾਏ ਪਿੰਡ ਜਿਨ ਸਾਜਿਆ। ਪਿੰਡ ਕੀ ਹੈ? ਆਕਾਰ ਹੈ। ਜੀ ਕੀ ਹੈ? ਜਿਹੜਾ ਸਵਾਸ ਪਾਏ ਨੇ ਉਹਦਾ ਹੁਕਮ ਹੈ। ਜੀ ਕੀ ਹੈ? ਉਸ ਦਾ ਹੁਕਮ ਹੈ। ਤੇ ਪਿੰਡ, ਪਿੰਡ ਸਰੀਰ ਨੂੰ ਕਹਿੰਦੇ ਹਾਂ, ਜਿਹੜਾ ਆਕਾਰ ਦ੍ਰਿਸ਼ਟਮਾਨ ਆਪਾਂ ਦੇਖਦੇ ਹਾਂ। ਸਤਿਗੁਰੂ ਜੀ ਆਖਦੇ ਹਨ ਕਿ ਉਸ ਅਕਾਲ ਪੁਰਖ ਪਰਮਾਤਮਾ ਨੇ ਇਸ ਸਰੀਰ ਨੂੰ ਬਣਾਇਆ ਤੇ ਇਸ ਦੇ ਵੀ ਸਵਾਸ ਪਾਏ ਹਨ। ਦਿੱਤਾ ਪਹਿਨਣ ਖਾਣ, ਤੇ ਸਾਨੂੰ ਸਾਰਾ ਕੁਝ ਦੇਈ ਜਾਂਦਾ ਹੈ। ਆਪਾਂ ਰਾਤ ਨੂੰ ਸੋ ਜਾਂਦੇ ਹਾਂ, ਸਵਾਸ ਲੈਂਦੇ ਹਾਂ। ਕਿ ਅਸੀਂ ਸੋਚ ਕੇ ਲੈਂਦੇ ਹਾਂ ਸਵਾਸ ਕਿ ਹੁਣ ਮੈਂ ਸੌਣ ਲੱਗਿਆ ਹਾਂ, ਤੇ ਸਾਨੂੰ ਸੋ ਕੇ ਤਾਂ ਸਾਡੀ ਸੁਰਤ ਭੁੱਲ ਜਾਂਦੀ ਹੈ। ਮਨੁੱਖ ਨੂੰ ਪਤਾ ਨਹੀਂ ਰਹਿੰਦਾ ਕਿ ਮੈਂ ਕਿੱਥੇ ਹਾਂ। ਜਦੋਂ ਬੰਦਾ ਸੌਂਦਾ ਹੈ, ਨੀਂਦ ਵਿੱਚ ਨਹੀਂ ਪਤਾ ਚੱਲਦਾ ਕਿ ਮੈਂ ਕਿੱਥੇ ਹਾਂ। ਪਰ ਕੌਣ ਕਾਰ ਕਰ ਰਿਹਾ? ਕਿਸ ਦਾ ਹੁਕਮ ਵਰਤ ਰਿਹਾ ਹੈ? ਇੱਕ ਅਕਾਲ ਪੁਰਖ ਪਰਮਾਤਮਾ ਦਾ। ਪਰ ਮਨੁੱਖ ਦਾ ਸੁਭਾਅ ਹੈ ਤੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਉਸਦੇ ਹੁਕਮ ਦੀ ਜਿਹੜੀ ਵਡਿਆਈ ਹੈ ਨਾ, ਉਹ ਦੱਸੀ ਨਹੀਂ ਜਾ ਸਕਦੀ। ਕਿਉਂ ਨਹੀਂ ਦੱਸੀ ਜਾ ਸਕਦੀ? ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਇਤਨਾ ਬੇਅੰਤ ਹੈ। ਹੁਕਮ ਵੀ ਸਭ ਕੁਝ ਪੈਦਾ ਕਰਨ ਤੋਂ ਬਾਅਦ ਵੀ ਉਸ ਵਿੱਚ ਵਰਤ ਰਿਹਾ ਹੈ। ਉਸ ਦੇ ਵਿੱਚ ਬੈਠ ਕੇ ਸਾਰਿਆਂ ਤੋਂ ਕਾਰ ਕਰਵਾ ਰਿਹਾ। ਉਸ ਦੇ ਵਿੱਚ ਚੇਤਨਾ ਪਾਈ ਹੈ। ਸਾਡੇ ਅੰਦਰ ਚੇਤਨ ਸ਼ਕਤੀ ਪਾਈ ਹੈ। ਆਪਾਂ ਜਦੋਂ ਚੱਲਦੇ ਵੀ ਹਾਂ ਨਾ, ਜਦੋਂ ਇੱਕ ਕਦਮ ਰੱਖਦੇ ਹਾਂ, ਦੂਜਾ ਕਦਮ ਆਪੇ ਹੀ ਸ਼ੁਰੂ ਹੋ ਜਾਂਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਪਰਮਾਤਮਾ ਨੇ ਸਾਡੇ ਅੰਦਰ ਚੇਤਨਾ ਪਾਈ ਹੈ, ਸਵਾਸ ਪਾਏ ਹਨ, ਅਗਨ ਪਾਈ ਹੈ। ਤੇ ਇਹ ਕਿਸ ਦੇ ਹੁਕਮ ਵਿੱਚ ਹੈ? ਕੀ ਮਨੁੱਖ ਦੇ ਵਸ ਦੀ ਗੱਲ ਹੈ? ਨਹੀਂ। ਉਹ ਹਰੀ ਪਰਮਾਤਮਾ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ, ਜਿਹੜਾ ਸਭ ਕੁਝ ਦ੍ਰਿਸ਼ਟਮਾਨ ਪੈਦਾ ਕੀਤਾ ਹੋਇਆ ਹੈ। ਆਕਾਰ ਤੋਂ ਭਾਵ ਹੈ ਕਿ ਜਿਤਨੇ ਵੀ ਆਕਾਰ ਹਨ, ਜਿਤਨੇ ਵੀ ਆਪਾਂ ਦੇਖਦੇ ਹਨ, ਰੁੱਖ ਦੇਖਦੇ ਹਾਂ, ਨਦੀ, ਨਾਲੇ, ਆਕਾਸ਼, ਖੰਡ, ਬ੍ਰਹਿਮੰਡ, ਜੋ ਵੀ ਕੁਝ ਸਾਨੂੰ ਦ੍ਰਿਸ਼ਟਮਾਨ ਦਿਖਦਾ ਹੈ, ਅੱਖਾਂ ਨਾਲ ਦੇਖਦੇ ਹਾਂ, ਸਾਰਾ ਕੁਝ ਉਸ ਅਕਾਲ ਪੁਰਖ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ। ਤੇ ਕਿਵੇਂ ਪੈਦਾ ਹੋਇਆ ਹੈ? ਉਸ ਪਰਮਾਤਮਾ ਦੇ ਹੁਕਮ ਵਿੱਚ ਪੈਦਾ ਹੋਇਆ ਹੈ। ਇਹ ਅੱਛਾ ਸਾਧ ਸੰਗਤ ਧਿਆਨ ਦੇਣਾ, ਇਹ ਪਰਮਾਤਮਾ ਨੇ ਹੁਕਮ ਵਰਤਾ ਰਿਹਾ ਹੈ। ਪਰ ਜਿਹੜਾ ਹੁਕਮ ਚੰਗਾ ਹੈ, ਉਸ ਨੂੰ, ਕਈ ਹੁਕਮ ਐਸੇ ਨੇ ਉਸ ਨੂੰ ਅਸੀਂ ਮੰਨ ਲੈਂਦੇ ਹਾਂ ਤੇ ਕਈ ਹੁਕਮ ਨੂੰ ਮੰਨਦੇ ਨਹੀਂ ਆ। ਜੇਕਰ ਕੋਈ ਸਾਡੇ ਭਲੇ ਦੀ ਗੱਲ ਹੋਵੇ ਤੇ ਅਸੀਂ ਮੰਨਦੇ ਹਾਂ, ਜੇਕਰ ਨਾ ਹੋਵੇ ਤੇ ਨਹੀਂ ਮੰਨਦੇ ਹਾਂ। ਜਿਵੇਂ ਮੌਤ ਉਸ ਦਾ ਹੁਕਮ ਹੈ, ਪਰ ਅਸੀਂ ਮੰਨਦੇ ਹਾਂ। ਮਰਨਾ ਚਾਹੁੰਦਾ ਹੈ ਕੋਈ ਸੌਖਾ? ਨਹੀਂ। ਮਨੁੱਖ ਚਾਹੁੰਦਾ ਹੈ ਕਿ ਮੈਂ ਹੋਰ ਜੀ ਲਵਾਂ, ਹੋਰ ਜੀ ਲਵਾਂ। ਮੇਰੀ ਉਮਰ ਜਿਹੜੀ ਹੈ 50 ਸਾਲ ਨਹੀਂ, 60 ਸਾਲ, 100 ਸਾਲ। ਮਨੁੱਖ ਤਾਂ ਸੋਚਦਾ ਹੈ ਕਿ ਮੇਰੀ ਉਮਰ ਕਿਤੇ ਹੋਰ 100 ਸਾਲ ਤੋਂ ਵੀ ਉੱਪਰ ਹੋ ਜਾਵੇ। ਕਿਉਂਕਿ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਸਾਰਾ ਕੁਝ ਪੈਦਾ ਹੋਇਆ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਜਿਹੜਾ ਜੰਮਣਾ ਹੈ ਔਰ ਮਰਨਾ ਹੈ ਨਾ, ਉਸ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ। ਸਤਿਗੁਰੂ ਜੀ ਆਖਦੇ ਹਨ ਨਾ ਕਿ ਤੇਰੇ ਅੰਦਰ ਉਸ ਪਰਮਾਤਮਾ ਨੇ ਇਹ ਜਾਨ ਜਿੰਦ ਪਾ ਕੇ ਰੱਖੀ ਹੈ, ਸਵਾਸ ਪਾ ਕੇ ਰੱਖੇ ਹਨ। ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਧਰੀ, ਆਪਣੀ ਜੋਤ ਟਿਕਾਈ ਹੈ। ਹਰ ਬਿਨ ਅਵਰ ਨਾ ਦੇਖੋ ਕੋਈ। ਉਹ ਪਰਮਾਤਮਾ ਸਾਡੇ ਅੰਦਰ ਵਸਦਾ ਹੈ। ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਤੇ ਵਡਿਆਈ ਕੀ ਹੈ? ਵਡਿਆਈ ਕੀ ਹੈ? ਉਸ ਪਰਮਾਤਮਾ ਦੇ ਹੁਕਮ ਵਿੱਚ ਆਪਾਂ ਆਖਦੇ ਹਾਂ 84 ਲੱਖ ਜੂਨ ਜਿਹੜੀ ਹੈ ਉਹ ਪੈਦਾ ਹੋਈ ਹੈ, ਪਰ ਮਨੁੱਖ ਨੂੰ ਸਭ ਤੋਂ ਵੱਡਾ ਬਣਾਇਆ ਹੈ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਮਨੁੱਖ ਨੂੰ ਸਭ ਤੋਂ ਉੱਚਾ ਬਣਾਇਆ ਹੈ, ਸਭ ਤੋਂ ਵੱਡਾ ਬਣਾਇਆ ਹੈ। ਤੇ ਮਨੁੱਖ ਦੇ ਅੰਦਰ ਉਸ ਪਰਮਾਤਮਾ ਨੇ ਸਿਮਰਤੀ ਪਾਈ ਹੈ, ਚੇਤਨ ਸ਼ਕਤੀ ਪਾਈ ਹੈ, ਜਿਸ ਦੇ ਕਰਕੇ ਆਪਾਂ ਉਸ ਪਰਮਾਤਮਾ ਨੂੰ ਆਪਾਂ ਆਖਦੇ ਹਾਂ ਨਾ ਕਿ ਯਾਦ ਕਰੀਏ। ਚੇਤਾ ਸ਼ਕਤੀ ਪਾਈ ਹੈ ਸਾਡੇ ਅੰਦਰ, ਉਸ ਪਰਮਾਤਮਾ ਨੇ ਪਾਈ ਹੈ। ਹੁਕਮੀ ਹੋਵਨ ਜੀ, ਹੁਕਮ
ਮਿਲੈ ਵਡਿਆਈ 84 ਲੱਖ ਜੋਨ ਉਪਾਈ, ਮਾਨੁਖ ਕੋ ਪ੍ਰਭ ਦੀ ਵਡਿਆਈ। ਤੇ ਸਾਧ ਸੰਗਤ ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਵਡਿਆਈ ਕਿਵੇਂ ਮਿਲਦੀ ਹੈ ਤੇ ਸਭ ਤੋਂ ਵੱਡੀ ਵਡਿਆਈ ਕਿਹੜੀ ਹੈ? ਆਪਾਂ ਰੋਜ਼ਾਨਾ ਆਸਾ ਦੀ ਵਾਰ ਪੜ੍ਹਦੇ ਹਾਂ, ਸੁਣਦੇ ਹਾਂ। ਜੇਕਰ ਆਪਾਂ ਆਸਾ ਦੀ ਵਾਰ ਦਾ ਪਾਠ ਸਰਵਣ ਕਰੀਏ ਨਾ, ਆਸਾ ਕੀ ਵਾਰ ਵੀ ਸਤਿਗੁਰੂ ਜੀ ਕੀ ਆਖਦੇ ਹਨ? ਵੱਡੀ ਵਡਿਆਈ ਜਾਂ ਵੱਡਾ ਨਾਮ, ਕਿ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਂ ਪ੍ਰਾਪਤ ਹੋ ਜਾਵੇ, ਇਸ ਤੋਂ ਵੱਡੀ ਕੋਈ ਵਡਿਆਈ ਹੈ? ਨਹੀਂ ਹੈ। ਸਤਿਗੁਰੂ ਜੀ ਆਖਦੇ ਹਨ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਕੇਵਲ ਇੱਕ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਸਾਰੇ ਜੀ, ਸਾਰੇ ਆਕਾਰ, ਖੰਡ, ਬ੍ਰਹਿਮੰਡ, ਤਾਰੇ, ਸ਼ਕਲਾਂ, ਸਰੀਰ, ਚੰਦ, ਸੂਰਜ, ਸਭ ਕੁਝ ਉਸ ਇੱਕ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿੱਚ ਬਣਦੇ ਹਨ। ਇਹ ਸਾਰੇ ਸਰੀਰ ਵੀ ਉਸ ਦੇ ਹੁਕਮ ਵਿੱਚ ਪੈਦਾ ਹੋਇਆ ਹੈ। ਪਰ ਇਹ ਹੁਕਮ ਜਿਹੜਾ ਹੈ ਨਾ, ਇਹ ਦੱਸਿਆ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ, ਇਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਪੈਦਾ ਹੁੰਦੇ ਨੇ। ਹੁਕਮੀ ਹੋਵਨ ਜੀ, ਜੀਓ ਪਾਏ। ਹੁਕਮ ਦੇ ਵਿੱਚ ਹੀ ਅਸੀਂ ਪੈਦਾ ਹੋਏ ਹਾਂ ਤੇ ਉਸਨੇ ਇਸ ਸਰੀਰ ਦੇ ਵਿੱਚ ਜਿੰਦ ਪਾਈ ਹੈ, ਇਸ ਸਰੀਰ ਦੇ ਵਿੱਚ ਜਾਨ ਪਾਈ ਹੈ। ਜੇ ਇਸ ਸਰੀਰ ਦੇ ਵਿੱਚ ਸਵਾਸ ਨਾ ਪੰਦਾ ਤੇ ਅਸੀਂ ਨਿਰਜੀਵ ਹੁੰਦੇ। ਇਹ ਸਰੀਰ ਜੜ ਹੋ ਜਾਂਦਾ, ਜ਼ੀਰੋ। ਤੇ ਸਤਿਗੁਰੂ ਜੀ ਆਖਦੇ ਹਨ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਸਾਰੇ ਹੀ ਜੀਵ ਉਸ ਪਰਮਾਤਮਾ ਦੇ ਹੁਕਮ ਵਿੱਚ ਪੈਦਾ ਹੁੰਦੇ ਹਨ। ਉਸ ਪਰਮਾਤਮਾ ਨੇ ਹੀ ਸਾਡੇ ਅੰਦਰ ਸਾਰਾ ਕੁਝ ਸਵਾਸ ਪਾਏ ਹਨ ਅਤੇ ਉਸ ਦੇ ਹੁਕਮ ਅਨੁਸਾਰ ਹੀ ਪਰਮਾਤਮਾ ਦੇ ਦਰ ਤੇ ਸ਼ੋਭਾ ਮਿਲਦੀ ਹੈ, ਵੱਡੀ ਵਡਿਆਈ ਜਾਂ ਵੱਡਾ ਨਾਉ। ਸਤਿਗੁਰੂ ਜੀ ਆਖਦੇ ਹਨ, ਹੁਕਮੀ ਉੱਤਮ ਨੀਚ। ਹੁਕਮ ਲਿਖ ਦੁਖ ਸੁਖ ਪਾਈਏ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਮਨੁੱਖ ਦਾ ਸੁਭਾਅ ਹੈ ਕਿ ਉਸ ਦੀ ਪਰਮਾਤਮਾ ਦੀ, ਅਕਾਲ ਪੁਰਖ ਦੀ ਜਿਹੜੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਨਾ, ਉਹਨਾਂ ਦਾ ਸ਼ੁਕਰ ਨਹੀਂ ਕਰਦਾ। ਪਰ ਕਦੇ ਕਦਾਈ ਕੋਈ ਦੁੱਖ ਆ ਜਾਵੇ ਤੇ ਉਹਨਾਂ ਦਾ ਗਿਲਾ ਕਰਦਾ ਹੈ। ਪਰ ਸਾਧ ਸੰਗਤ ਧਿਆਨ ਦੇਣਾ, ਜਿਤਨੀ ਮਰਜ਼ੀ ਵੱਡਾ ਸਾਡੇ ਤੇ ਕੋਈ ਮੁਸੀਬਤ ਆ ਜਾਵੇ ਜਾਂ ਜਿਤਨਾ ਮਰਜ਼ੀ ਵੱਡਾ ਦੁੱਖ ਆ ਜਾਵੇ, ਉਸ ਅਕਾਲ ਪੁਰਖ ਪਰਮਾਤਮਾ ਨੂੰ ਉਲਾਂਭਾ ਨਹੀਂ ਦੇਣਾ। ਕਿਉਂ? ਕਿਉਂਕਿ ਉਸ ਪਰਮਾਤਮਾ ਨੇ ਸਭ ਤੋਂ ਵੱਡੀ ਦਾਤ ਤੈਨੂੰ ਕੀ ਦਿੱਤੀ ਹੈ? ਮਨੁੱਖਾ ਦੇਹੀ ਦਿੱਤੀ ਹੈ, ਮਨੁੱਖਾ ਜਨਮ ਦਿੱਤਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੂੰ ਕਈ ਜਨਮਾਂ ਜਨਮਾਂਤਰਾਂ ਦੇ ਗੇੜੇ ਤੋਂ ਬਾਅਦ ਇਸ ਮਨੁੱਖਾ ਦੇਹੀ ਨੂੰ ਪ੍ਰਾਪਤ ਕੀਤਾ ਹੈ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਕਰਨਾ ਤੇ ਬਣਦਾ ਹੈ। ਪਰ ਜੇਕਰ ਅਸੀਂ ਆਪਣੇ ਜੀਵਨ ਵੱਲ ਝਾਤੀ ਮਾਰੀਏ ਨਾ, ਉਸ ਪਰਮਾਤਮਾ ਨੇ ਸਾਨੂੰ ਕੀ ਕੁਛ ਨਹੀਂ ਦਿੱਤਾ ਹੈ। ਸਾਨੂੰ ਰਹਿਣ ਵਾਸਤੇ ਚੰਗੇ ਚੰਗੇ ਘਰ ਦਿੱਤੇ ਹਨ, ਪਹਿਨਣ ਵਾਸਤੇ ਵਸਤਰ ਆਦਿ ਸਭ ਕੁਝ ਦਿੱਤਾ ਹੈ, ਖਾਣ ਵਾਸਤੇ ਚੰਗੇ 36 ਪ੍ਰਕਾਰ ਦੇ ਭੋਜਨ ਦਿੱਤੇ ਹਨ, ਰਸੀਲੇ ਪਦਾਰਥ ਦਿੱਤੇ ਹਨ। ਮਨੁੱਖ ਸੋਚਦਾ ਹੈ ਕਿ ਪਰ ਪਰਮਾਤਮਾ ਨੇ ਮੈਨੂੰ ਇਹ ਕਿਉਂ ਨਹੀਂ ਦਿੱਤਾ? ਪਰਮਾਤਮਾ ਨੇ ਜੇਕਰ ਮੇਰੇ ਕੋਲ ਇਹ ਵੀ ਹੁੰਦਾ ਤੇ ਇਸ ਲਾਲਚ ਕਰਕੇ ਦੁੱਖ ਭੋਗਦਾ ਹੈ। ਕਿਉਂ ਭੋਗਦਾ ਹੈ ਦੁੱਖ? ਇੱਕ ਛੋਟੀ ਜੀ ਗੱਲ ਯਾਦ ਆਈ ਹੈ। ਇੱਕ ਬੱਚਾ ਆਪਣੀ ਮਾਂ ਦੇ ਨਾਲ ਠੰਡ ਵਿੱਚ ਸਟੇਸ਼ਨ ਤੇ ਸੁੱਤਾ ਹੋਇਆ ਹੈ ਤੇ ਮਾਂ ਨੇ ਬੱਚੇ ਦੇ ਥੱਲੇ ਜਿਹੜੇ ਗੱਤੇ ਹੁੰਦੇ ਹਨ ਨਾ, ਜਿਨ੍ਹਾਂ ਵਿੱਚ ਸਮਾਨ ਆਉਂਦਾ ਹੈ ਤੇ ਉਹ ਗੱਤੇ ਖਾਲੀ ਹੋ ਜਾਂਦੇ ਹਨ, ਉਹ ਥੱਲੇ ਵਿਛਾਏ ਹੋਏ ਹਨ ਤੇ ਥੱਲੇ ਵਿਛਾ ਕੇ ਤੇ ਉਹਨਾਂ ਦੇ ਉੱਪਰ ਲੇਟੇ ਹੋਏ ਹਨ ਤਾਂ ਕਿ ਜਿਹੜਾ ਥੱਲੇ ਫਰਸ਼ ਹੈ ਉਹ ਠੰਡਾ ਨਾ ਲੱਗੇ। ਤੇ ਛੋਟੇ ਨਿੱਕੇ ਬੱਚੇ ਦੀ ਅੱਖ ਖੁੱਲਦੀ ਹੈ ਤੇ ਉਹ ਮਾਂ ਨੂੰ ਪੁੱਛਦਾ ਹੈ ਕਿ ਮਾਂ, ਕਹਿੰਦੇ ਹਾਂ ਪੁੱਤਰ ਦੱਸ, ਕਿ ਜਿਨ੍ਹਾਂ ਕੋਲੇ ਗੱਤੇ ਨਹੀਂ ਹੋਣਗੇ ਉਹ ਤੇ ਬੜੇ ਪਰੇਸ਼ਾਨ ਹੁੰਦੇ ਹੋਣਗੇ ਠੰਡ ਵਿੱਚ। ਤੇ ਕਦੀ ਅਸੀਂ ਸੋਚਿਆ ਹੈ ਜਿਤਨਾ ਕੁਝ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਤੇ ਕਈਆਂ ਕੋਲ ਇਹ ਵੀ ਨਹੀਂ ਹੈ, ਕਈਆਂ ਕੋਲ ਇਹ ਵੀ ਨਹੀਂ ਹੈ। ਮਨੁੱਖ ਨੇ ਪਰਮਾਤਮਾ ਨੇ ਸਾਨੂੰ, ਮਨੁੱਖ ਨੂੰ, ਇਨਸਾਨ ਨੂੰ 2 ਅੱਖਾਂ ਦਿੱਤੀਆਂ ਹਨ, ਰਸਨਾ ਦਿੱਤੀ ਹੈ,
ਹੰਡਾਉਣ ਵਾਸਤੇ ਇਹ ਸਰੀਰ ਦਿੱਤਾ ਹੈ, ਰਿਸ਼ਤੇਦਾਰ ਦਿੱਤੇ ਹਨ, ਬੱਚੇ ਦਿੱਤੇ ਹਨ, ਮਾਤਾ ਪਿਤਾ ਦਿੱਤੇ ਹਨ, ਸਭ ਕੁਝ ਉਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ। ਪਰ ਜੇਕਰ ਮਨੁੱਖ ਦੇ ਜੀਵਨ ਵਿੱਚ ਕੋਈ ਛੋਟਾ ਜਿਹਾ ਹੀ ਦੁੱਖ ਆ ਜਾਵੇ, ਨਿੱਕਾ ਜਿਹਾ ਦੁੱਖ ਆ ਜਾਵੇ, ਤੇ ਫਿਰ ਗਿਲੇ ਕਰਦਾ ਹੈ, ਜਾਂ ਕੋਈ ਚੀਜ਼ ਨਾ ਮਿਲੇ ਤਾਂ ਵੀ ਗਿਲਾ ਕਰਦਾ ਹੈ। ਤੇ ਸਤਿਗੁਰੂ ਜੀ ਆਖਦੇ ਹਨ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਸਾਰੇ ਕੋਈ ਉੱਤਮ ਬਣਿਆ ਹੋਇਆ ਹੈ ਤੇ ਕੋਈ ਛੋਟਾ ਨੀਚ ਬਣਿਆ ਹੋਇਆ ਹੈ। ਵੈਸੇ ਸਾਧ ਸੰਗਤ ਧਿਆਨ ਦੇਣਾ, ਜੇਕਰ ਹਰਨਾਖਸ ਨਾ ਹੁੰਦਾ ਤੇ ਪ੍ਰਹਿਲਾਦ ਨੂੰ ਕਿੰਨੇ ਪੁੱਛਣਾ ਸੀ। ਜੇ ਅਗਿਆਨਤਾ ਨਾ ਹੋਵੇ ਤੇ ਗਿਆਨ ਦਾ ਕੀ ਮਤਲਬ ਹੈ? ਗਿਆਨ ਦਾ ਕੀ ਮਤਲਬ ਹੈ? ਸਤਿਗੁਰੂ ਜੀ ਆਖਦੇ ਹਨ, ਉਸ ਰੱਬ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਕੋਈ ਮਨੁੱਖ ਚੰਗਾ ਬਣ ਜਾਂਦਾ ਹੈ, ਕੋਈ ਭੈੜਾ ਬਣ ਜਾਂਦਾ ਹੈ। ਉਸ ਦੇ ਹੁਕਮ ਵਿੱਚ ਹੀ ਸਾਰੇ ਕੀਤੇ ਹੋਏ ਕਰਮਾਂ ਦੇ ਲਿਖੇ ਦੇ ਹੋਏ ਦੇ ਅਨੁਸਾਰ ਦੁੱਖ ਤੇ ਸੁੱਖ ਭੋਗਦਾ ਹੈ। ਉਹ ਪਰਮਾਤਮਾ ਦਾ ਹੁਕਮ ਵਰਤ ਰਿਹਾ ਹੈ। ਸਤਿਗੁਰੂ ਜੀ ਆਖਦੇ ਹਨ, ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਭੁਆਈਐ। ਇਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭੁਆਈਐ। ਭੁਆਈਐ ਕਰਕੇ ਬੋਲਣਾ, ਕਿਉਂਕਿ ਜਿਹੜਾ ਇਹ ਕਈ ਵਾਰੀ ਆਪਾਂ ਜਦੋਂ ਪੜ੍ਹਦੇ ਹਾਂ ਨਾ, ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ, ਵੈਸੇ ਸਾਧ ਸੰਗਤ ਜਿਹੜੇ ਪਰਿਵਾਰ, ਜਿਹੜੇ ਗੁਰੂ ਪਿਆਰ ਵਾਲੇ ਆਪਣੇ ਘਰਾਂ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਨ ਨਾ, ਬਹੁਤ ਭਾਗਾਂ ਵਾਲੇ ਹਨ। ਕਿਉਂਕਿ ਆਖਦੇ ਹਨ ਕਿ ਜਿਸ ਘਰ ਵਿੱਚ ਜਪਜੀ ਦਾ ਪਾਠ ਹੋਵੇ ਨਾ, ਉਸ ਘਰ ਵਿੱਚ ਗੁਰੂ ਨਾਨਕ ਆਪ ਮੌਜੂਦ ਹੁੰਦੇ ਹਨ। ਪਰ ਸਾਧ ਸੰਗਤ ਕਦੇ ਧਿਆਨ ਦੇਣਾ, ਅਸੀਂ ਕਈ ਵਾਰੀ ਸੋਚਦੇ ਹਾਂ ਕਿ ਚਲੋ ਨਿਤਨੇਮ ਅੱਜ ਨਹੀਂ ਕਰਾਂਗਾ, ਕੱਲ ਕਰ ਲਾਂਗੇ, ਕੋਈ ਗੱਲ ਨਹੀਂ। ਕਦੇ ਸੋਚਿਆ ਹੈ ਰੋਟੀ ਖਾਣ ਲੱਗਿਆ ਕਿ ਚੱਲ ਅੱਜ ਨਹੀਂ ਖਾਵਾਂਗਾ ਤੇ ਕੱਲ ਖਾ ਲਾਂਗਾ? ਪਰ ਨਹੀਂ, ਉਹ ਯਾਦ ਰਹਿੰਦੀ ਹੈ, ਉਹ ਲੋੜ ਹੈ, ਸਰੀਰ ਦੀ ਲੋੜ ਹੈ ਨਾ। ਪਰ ਜਿਹੜੀ ਆਤਮਾ ਦੀ ਲੋੜ ਹੈ, ਆਤਮਕ ਭੋਜਨ ਦੀ ਲੋੜ ਹੈ, ਉਹ ਨਹੀਂ ਛਕਦੇ ਹਾਂ ਅਸੀਂ। ਸਤਿਗੁਰੂ ਜੀ ਆਖਦੇ ਹਨ, ਹੁਕਮੀ ਉੱਤਮ ਨੀਚ ਉਸ ਰੱਬ ਪਰਮਾਤਮਾ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਕੋਈ ਮਨੁੱਖ ਚੰਗਾ ਬਣ ਜਾਂਦਾ ਹੈ, ਕਿਸੇ ਨੂੰ ਉਸ ਦੇ ਦਰ ਤੇ ਸ਼ੋਭਾ ਮਿਲ ਜਾਂਦੀ ਹੈ, ਕੋਈ ਭੈੜਾ ਬਣ ਜਾਂਦਾ ਹੈ। ਉਸ ਦੇ ਹੁਕਮ ਵਿੱਚ ਹੀ ਆਪਣੇ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਸਾਰੇ ਦੁੱਖ ਸੁੱਖ ਭੋਗਦੇ ਹਨ। ਹੁਕਮ ਵਿੱਚ ਹੀ ਕਈ ਮਨੁੱਖਾਂ ਨੂੰ ਉਹ ਅਕਾਲ ਪੁਰਖ ਬਖਸ਼ਿਸ਼ ਕਰਦਾ ਹੈ, ਰਹਿਮਤ ਕਰਦਾ ਹੈ, ਆਪਣੀ ਬਖਸ਼ਿਸ਼ ਅਨੁਗ੍ਰਹਿ ਟਿਕਾ ਦਿੰਦਾ ਹੈ। ਕਿਵੇਂ ਬਖਸ਼ਿਸ਼ ਹੁੰਦੀ ਹੈ? ਅਤੇ ਉਸ ਦੇ ਹੁਕਮ ਵਿੱਚ ਹੀ ਕਈ ਜਨਮ ਦੇ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਨ। ਕਿਉਂ? ਕਿਉਂਕਿ ਮਨੁੱਖ ਹੁਕਮ ਹੈ ਕਿ ਹੁਕਮ ਨੂੰ ਜਦੋਂ ਮਨੁੱਖ ਸੋਚਦਾ ਹੈ ਕਿ ਜੇਕਰ ਇਹ ਦੁੱਖ ਆਇਆ ਹੈ ਨਾ, ਤੇ ਉਸ ਨੂੰ ਉਸ ਦਾ ਹੁਕਮ ਕਰਕੇ ਮੰਨੇ ਕਿ ਇਹ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ। ਕੇਤਿਆਂ ਦੁੱਖ ਭੂਖ ਸਦਮਾਰ, ਇਹ ਭੇਦਾਤ ਤੇਰੀ ਦਾਤਾਰ। ਪਰ ਆਪਾਂ ਖਾਲੀ ਇੱਕ ਤੁਕ ਪੜ੍ਹ ਲੈਂਦੇ ਹਾਂ, ਇਹ ਭੇਦਾਤ ਤੇਰੀ ਦਾਤਾਰ। ਉਸ ਤੋਂ ਪਹਿਲਾਂ ਜਿਹੜਾ ਨਾ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਉਸ ਦੀ ਦਾਤਾਂ ਨੇ। ਸਤਿਗੁਰੂ ਜੀ ਆਖਦੇ ਹਨ ਕਿ ਉਸ ਦੇ ਜਨਮ ਤੇ ਮਰਨ ਦੇ ਗੇੜ ਵਿੱਚ ਫਸ ਕੇ ਮਨੁੱਖ ਆਪਣੇ ਜੀਵਨ ਨੂੰ ਗਵਾ ਲੈਂ। ਸਤਿਗੁਰੂ ਜੀ ਆਖਦੇ ਹਨ, ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਭਵਾਈਆਂ ਤੋਂ ਭਾਵ ਹੈ ਜਨਮ ਤੇ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਨ। ਸਤਿਗੁਰੂ ਜੀ ਆਖਦੇ ਹਨ, ਹੁਕਮੈ ਅੰਦਰ ਸਭ ਕੋ। ਉਸ ਪਰਮਾਤਮਾ ਦਾ ਹੁਕਮ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ, ਉਸ ਤੋਂ ਬਾਹਰ ਕੋਈ ਨਹੀਂ ਹੈ। ਬਾਹਰ ਹੁਕਮ ਨਾ ਕੋਏ। ਹਰ ਇੱਕ ਜੀਵ ਦੇ ਹਰ ਇੱਕ ਜੀਵ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਹੁਕਮ ਵਰਤਦਾ ਹੈ। ਸਾਰਾ ਕੁਝ ਉਸ ਪਰਮਾਤਮਾ ਦੇ ਹੁਕਮ ਵਿੱਚ ਹੈ। ਹਵਾ ਚਲਦੀ ਹੈ, ਦਰਖਤ ਝੂਮਦੇ ਹਨ। ਸਾਧ ਸੰਗਤ ਧਿਆਨ ਦੇਣਾ, ਕਈ ਵਾਰੀ ਆਪਾਂ ਨਾ ਇਹ ਪ੍ਰਕਿਰਤੀ ਨੂੰ ਦੇਖ ਕੇ ਸਾਨੂੰ ਉਸ ਕਰਤੇ ਦੀ ਜਿਹੜੀ ਇਹ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ ਨਾ, ਕਿਤਨੀ ਸੋਹਣੀ ਹੈ, ਆਪਾਂ ਦੇਖਦੇ ਹਾਂ ਕਿਤਨੀ ਸੋਹਣੀ ਸ੍ਰਿਸ਼ਟੀ ਹੈ। ਪਰ ਜਦੋਂ ਅਸੀਂ ਉਸ ਪਰਮਾਤਮਾ ਦੇ ਆਪਾਂ ਆਲੇ ਦੁਆਲੇ ਦੇਖੀਏ ਨਾ, ਜੇਤਾ ਕੀਤਾ ਤੇਤਾ ਨਾਉ, ਕਿ ਜਿਹੜਾ ਇਹ ਸਾਰਾ ਦ੍ਰਿਸ਼ਟਮਾਨ ਪਸਾਰਾ ਹੈ ਨਾ, ਉਹ ਪਰਮਾਤਮਾ ਦਾ ਨਾਮ ਹੀ ਹੈ, ਪਰਮਾਤਮਾ ਆਪ ਹੈ। ਸਤਿਗੁਰੂ ਜੀ ਆਖਦੇ ਹਨ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।
ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਇਹ ਜਿਹੜੀ ਮੇਰ ਤੇਰ ਵਾਲੀ ਜਿਹੜੀ ਕੰਧ ਪਰਮਾਤਮਾ ਦੇ ਉੱਤੇ ਸਾਡੇ ਵਿੱਚ ਖੜੀ ਹੈ ਨਾ, ਕਿ ਇਹ ਮੇਰਾ ਹੈ, ਇਹ ਤੇਰਾ ਹੈ, ਇਹ ਮੇਰਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਹਨ ਕਿ ਉਹ ਸਚਿਆਰਾ, ਇਹ ਸਚਿਆਰ ਹੋਣਾ ਪਤਾ ਕੀ ਹੈ? ਸਚਿਆਰ ਹੋਣਾ, ਇਹ ਖਾਲਸਾ ਹੋਣਾ ਹੀ ਸਚਿਆਰ ਹੋਣਾ ਹੈ, ਜਿਸ ਨੂੰ ਆਪਾਂ ਖਾਲਸਾ ਆਖਦੇ ਹਨ। ਖਾਲਸ, ਕੇਵਲ ਇੱਕ ਪਰਮਾਤਮਾ ਦੇ ਨਾਲ ਜੁੜਨਾ, ਸਚਿਆਰ ਹੋ ਜਾਣਾ, ਉਹ ਅਕਾਲ ਪੁਰਖ ਪਰਮਾਤਮਾ ਹੈ। ਸਤਿਗੁਰੂ ਜੀ ਆਖਦੇ ਹਨ ਕਿ ਪ੍ਰਭੂ ਦੇ ਹੁਕਮ ਦਾ ਜਿਹੜਾ ਸਰੂਪ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੇ ਕੋਈ ਮਨੁੱਖ ਇਸ ਹੁਕਮ ਵਿੱਚ ਤੁਰਦਾ ਹੈ ਕਿ ਉਸ ਦੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ। ਕਿਹੜੇ ਹੁਕਮ ਵਿੱਚ? ਕਿ ਇਹ ਸਾਰਾ ਕੁਝ ਪੈਦਾ ਕੀਤਾ ਹੋਇਆ ਉਸ ਪਰਮਾਤਮਾ ਦਾ ਹੈ। ਸਾਡਾ ਸਰੀਰ, ਇਹ ਆਕਾਰ ਜਿਹੜਾ ਅਸੀਂ ਦੇਖਦੇ ਹਾਂ, ਸਾਰਾ ਕੁਝ ਉਸ ਅਕਾਲ ਪੁਰਖ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ। ਹਰ ਇੱਕ ਜੀਵ ਪਰਮਾਤਮਾ ਦੇ ਹੁਕਮ ਵਿੱਚ ਹੈ। ਉਸ ਦੇ ਹੁਕਮ ਤੋਂ ਕੋਈ ਬਾਗੀ ਵੀ ਨਹੀਂ ਹੋ ਸਕਦਾ, ਕਿਉਂਕਿ ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਵੀ ਲਵੇ, ਨਾਨਕ ਹੁਕਮੈ ਜੇ ਬੁਝੈ, ਜੇ ਕੋਈ ਜਾਣ ਵੀ ਲਵੇ ਤਾਂ ਹਉਮੈ ਕਹੈ ਨਾ ਕੋਏ। ਜੇਕਰ ਕੋਈ ਉਸ ਦੇ ਹੁਕਮ ਨੂੰ ਸਮਝ ਕੇ ਤੇ ਸਮਝਾਵੇ ਕਿ ਮੈਨੂੰ ਸਮਝ ਆ ਗਿਆ, ਤੇ ਉਹ ਸਵਾਰਥ ਦੀਆਂ ਨਿਰੀ ਬੇਕਾਰ ਦੀਆਂ ਗੱਲਾਂ ਕਰਦੇ ਹਨ। ਸਤਿਗੁਰੂ ਜੀ ਆਖਦੇ ਹਨ ਕਿ ਤਾਂ ਹਉਮੈ ਕਹੈ ਨਾ ਕੋਏ। ਉਹ ਜਿਹੜਾ ਉਸ ਦਾ ਹਉਮੈ ਵਾਲਾ ਜੀਵਨ ਜਿਹੜਾ ਹੈ ਨਾ, ਉਸ ਨੂੰ ਛੱਡ ਦਿੰਦਾ ਹੈ। ਕਦੋਂ? ਜਦੋਂ ਪਰਮਾਤਮਾ ਦੀ ਰਜ਼ਾ ਵਿੱਚ ਤੁਰਨਾ ਸਿੱਖ ਜਾਂਦਾ ਹੈ, ਪਰਮਾਤਮਾ ਦੇ ਹੁਕਮ ਨੂੰ ਮੰਨ ਲੈਂਦਾ ਹੈ, ਪਰਮਾਤਮਾ ਦੇ ਹੁਕਮ ਦੀ ਉਸ ਨੂੰ ਜਾਂਚ ਆ ਜਾਂਦੀ ਹੈ। ਆਓ ਸਾਰੇ ਰਲ ਕੇ ਇੱਕ ਵਾਰੀ ਇਸ ਪੌੜੀ ਦਾ ਪਾਠ ਕਰੀਏ, ਉਸ ਤੋਂ ਉਪਰੰਤ ਸਮਾਪਤੀ ਹੈ ਜੀ। ਤੇ ਸਾਧ ਸੰਗਤ ਧਿਆਨ ਦੇਣਾ, ਬਾਣੀ ਦਾ ਪਾਠ ਆਪਾਂ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਸ਼ੁੱਧ ਕਰੀਏ। ਜਿਤਨਾ ਆਪਾਂ ਪਾਠ ਸ਼ੁੱਧ ਕਰਾਂਗੇ, ਬਾਣੀ ਦੇ ਅਰਥ ਵੀ, ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾਉਂਦੇ ਹਨ, ਕੀ ਆਖਦੇ ਹਨ, ਇਹ ਵੀ ਸਮਝ ਆਉਣਗੇ। ਤੇ ਸਭ ਤੋਂ ਵੱਡੀ ਗੱਲ ਹੈ, ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀਆਂ ਪ੍ਰਾਪਤ ਹੋਣਗੀਆਂ। ਆਓ ਸਾਰੇ ਰਲ ਕੇ ਇੱਕ ਵਾਰੀ ਇਸ ਪੌੜੀ ਦਾ ਪਾਠ ਕਰੀਏ। ਉਸ ਤੋਂ ਉਪਰੰਤ 5-7 ਮਿੰਟ ਲਈ ਆਪਾਂ ਮੂਲ ਮੰਤਰ ਦਾ ਜਾਪ ਕਰਾਂਗੇ ਜੀ, ਸਾਰੀ ਸੰਗਤ ਰਲ ਕੇ। ਆਓ, ਕਰੋ ਕਿਰਪਾ ਜੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਮੂਲ ਮੰਤਰ ਦਾ ਪਾਠ ਕਰੀਏ ਜੀ, ਉਸ ਤੋਂ ਉਪਰੰਤ ਸਮਾਪਤੀ ਹੈ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ